ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। हे ਪ੍ਰਾਨਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ। हे ਸੰਸਾਰ ਤਾਪ ਹਰਣੈ ਕਰੁਣਾ ਮੈਂ ਸਭ ਦੁਖ ਹਰੋ। हे ਸ਼ਰਨ ਜੋਗ ਦਇਆਲ ਹੈ ਦੀਨਾਨਾਥ ਮਇਆ ਕਰੋ। ਸ਼ਰੀਰ ਸਵਸਥ ਖੀਣ ਸਮੈ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਦੋਹਾ ਮਹੱਲਾ ਪੰਜਵਾਂ। ਏਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ। ਜਿਉ ਹਮਾਰਾ ਖੰਨੀਐ ਹਰ ਮਨ ਤਨ ਸੰਦੜੀ ਵਥ। ਜੁਗੋ ਜੁਗਾ ਟਲ ਚੰਵਰ ਚਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਈਏ, ਪਿਆਰ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦੇ ਅੰਦਰ ਬੈਠਣ ਦਾ, ਸਤਸੰਗਤ ਕਰਨ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਨੇ ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਦੇ ਨਾਲ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਆਸਾ ਕੀ ਵਾਰ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਹੁਣ ਸਮਾਂ ਹੈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਕਥਾ ਦਾ। ਗੁਰਬਾਣੀ ਦੀ ਲੜੀਵਾਰ ਵਿਚਾਰ ਦੇ ਅੰਦਰ ਆਪ ਜੀ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਉਚਾਰਨ ਕੀਤੀ ਹੋਈ ਗੌੜੀ ਰਾਗ ਦੇ ਵਿੱਚ ਜੋ ਵਾਰ ਹੈ, ਉਸ ਦੀਆਂ ਪੌੜੀਆਂ ਅਤੇ ਸ਼ਲੋਕਾਂ ਦੀ ਵਿਚਾਰ ਸਰਵਣ ਕਰ ਰਹੇ ਹੋ। 17 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਅੱਜ 18ਵੀਂ ਪੌੜੀ ਦੀ ਵਿਚਾਰ ਅਤੇ ਨਾਲ ਜੋ ਸ਼ਲੋਕ ਹਨ ਉਹਨਾਂ ਦੀ ਵਿਚਾਰ ਆਪਾਂ ਕਰਨੀ ਹੈ। ਸੋ ਆਓ ਸਭ ਤੋਂ ਪਹਿਲਾਂ ਆਪਣੀਆਂ ਮਨ ਬਿਰਤੀਆਂ ਨੂੰ ਆਪਾਂ ਇਕਾਗਰ ਕਰੀਏ। ਸੁਰਤ ਨੂੰ ਸ਼ਬਦ ਦੇ ਨਾਲ, ਗੁਰਬਾਣੀ ਦੇ ਨਾਲ,
ਗੁਰੂ ਚਰਨਾਂ ਦੇ ਨਾਲ ਜੋੜਨ ਦਾ ਯਤਨ ਕਰੀਏ। ਸਮੂਹ ਸੰਗਤ ਪਿਆਰ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਦੋਹਾ ਮਹੱਲਾ ਪੰਜਵਾਂ। ਏਕ ਜੇ ਸਾਜਨ ਮੈਂ ਕੀਆ, ਸਰਬ ਕਲਾ ਸਮਰੱਥ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਸ਼ਲੋਕ ਦੇ ਅੰਦਰ ਜੋ ਸਤਿਗੁਰੂ ਜੀ ਨੇ ਦੋਹੇ ਦੇ ਰੂਪ ਦੇ ਵਿੱਚ, ਜਿਹਨੂੰ ਆਪਾਂ ਦੋਹਰਾ ਵੀ ਕਹਿ ਦਿੰਦੇ ਹਾਂ, ਜਦੋਂ ਆਪਾਂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਸੋਦਰ ਦੇ ਪਾਠ ਦੇ ਵਿੱਚ ਸਰਵਣ ਕਰਦੇ ਹਾਂ ਤਾਂ ਉੱਥੇ ਦੋਹਰਾ ਆਉਂਦਾ, ਦੋਹਰਾ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਕਈ ਵਾਰੀ ਆਪਾਂ ਉਚਾਰਨ ਜਿਹੜਾ ਹੈ ਬਾਹੇ ਗਹੇ ਕੀ ਲਾਜ ਅਸ, ਔਰ ਇਸ ਤੋਂ ਪਹਿਲਾਂ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਦੀ ਥਾਂ ਤੇ ਪੜ ਜਾਂਦੇ ਹਾਂ ਗਇਓ ਤੁਹਾਰੋ ਦੁਆਰ। ਗਹਿਓ ਤੇ ਗਇਓ ਦੇ ਵਿੱਚ ਅੰਤਰ ਹੈ। ਗਹਿਓ ਦਾ ਅਰਥ ਹੈ ਜਦੋਂ ਦਾ ਸਤਿਗੁਰੂ ਜੀ ਮੈਂ ਤੁਹਾਡੇ ਦਰ ਨੂੰ ਪਕੜਿਆ ਹੈ, ਭਾਵ ਕਿ ਜਦੋਂ ਦਾ ਮੈਂ ਤੁਹਾਡੇ ਦਰ ਦਾ ਬਣ ਗਿਆ। ਸੋ ਇਸ ਕਰਕੇ ਹੇ ਸਤਿਗੁਰੂ ਜੀ ਮੈਂ ਬੇਨਤੀ ਕਰਦਾ ਹਾਂ ਕਿ ਮੈਂ ਤੁਹਾਡੇ ਦਰ ਦਾ ਹੋ ਗਿਆ, ਹੁਣ ਤੁਸੀਂ ਮੇਰੇ ਉੱਤੇ ਕਿਰਪਾ ਕਰੋ, ਮੇਰੀ ਬਾਂਹ ਫੜੇ ਦੀ ਲਾਜ ਰੱਖੋ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤੁਸੀਂ ਮੇਰੀ ਬਾਂਹ ਫੜੋ ਔਰ ਮੇਰੀ ਲਾਜ ਰੱਖੋ, ਮੇਰੀ ਪੈਜ ਰੱਖੋ, ਕਿਉਂਕਿ ਮੈਂ ਸਾਰੇ ਦਰ ਛੱਡ ਕੇ ਕੇਵਲ ਤੁਹਾਡਾ ਦਰ ਮੱਲ ਲਿਆ ਹੈ। ਸੋ ਦੋਹਰਾ ਸ਼ਬਦ ਹੈ, ਤੋ ਮਾਤਰਾਵਾਂ ਦਾ ਥੋੜ੍ਹਾ ਅੰਤਰ ਹੋਣ ਕਰਕੇ ਦੋਹਰੇ ਅਤੇ ਸ਼ਲੋਕ ਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਸ ਹੈ। ਸੋ ਸਤਿਗੁਰੂ ਜੀ ਨੇ ਇਸੇ ਕਰਕੇ ਸ਼ਲੋਕ ਦੇ ਨਾਲ ਦੋਹਾ ਦਰਜ ਕਰ ਦਿੱਤਾ ਤਾਂ ਕਿ ਸਮਝ ਦੇ ਵਿੱਚ ਆ ਜਾਵੇ ਕਿ ਇਹ ਜੋ ਪਾਵਨ ਸ਼ਲੋਕ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋਹਰੇ ਦੀਆਂ ਜਾਂ ਦੋਹੇ ਦੀਆਂ ਮਾਤਰਾ ਇਸਤੇਮਾਲ ਕਰਕੇ ਤੇ ਉਚਾਰਨ ਕੀਤਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਏਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ। ਸਾਜਨ ਦਾ ਅਰਥ ਹੈ ਮਿੱਤਰ, ਤੇ ਇਹ ਸੰਸਾਰ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਵੀ ਕੋਈ ਕਿਸੇ ਦਾ ਮਿੱਤਰ ਨਹੀਂ। ਸ਼ਲੋਕ 12 ਤੇ ਵਧੇਕ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਹਿਓ ਕੋਈ। ਕਿ ਹੇ ਭਾਈ ਇਹ ਦੁਨੀਆ ਕਿਸ ਤਰ੍ਹਾਂ ਦੀ ਹੋ ਗਈ ਹੈ। ਅੱਜ ਵੀ ਆਪਾਂ ਕਈ ਵਾਰੀ ਮਹਿਸੂਸ ਕਰਦੇ ਹਾਂ ਕਿ ਜਿਨ੍ਹਾਂ ਦੇ ਉੱਤੇ ਅਸੀਂ ਬੜਾ ਭਰੋਸਾ ਕਰਦੇ ਹਾਂ, ਜਿਨ੍ਹਾਂ ਨੂੰ ਆਪਣਾ ਮੰਨੀ ਬੈਠੇ ਹੁੰਦੇ ਹਾਂ, ਉਹ ਸਮੇਂ ਦੇ ਉੱਤੇ ਆ ਕੇ ਨਾ ਉਹ ਜੋ ਸਾਡਾ ਵਿਸ਼ਵਾਸ ਹੈ, ਜੋ ਸਾਡੀ ਉਹਨਾਂ ਦੇ ਪ੍ਰਤੀ ਪ੍ਰੀਤ ਹੈ, ਉਹਨੂੰ ਤੋੜ ਦਿੰਦੇ ਨੇ। ਵਿਸ਼ਵਾਸ ਟੁੱਟ ਜਾਂਦਾ ਹੈ ਕਿਉਂਕਿ ਦੁਨੀਆ ਦੀ ਰੀਤ ਹੀ ਐਸੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਸਮਝਾਇਆ ਹੈ ਕਿ ਭਾਈ ਇਹ ਜੋ ਦੁਨੀਆ ਦੀ ਪ੍ਰੀਤ ਹੈ ਇਹਦਾ ਭਰੋਸਾ ਨਾ ਕਰਿਆ ਜੀ, ਕਿਉਂਕਿ ਇਹ ਝੂਠੀ ਹੈ। ਆਪਣੇ ਸਵਾਰਥ ਦੇ ਕਰਕੇ ਅਸੀਂ ਪਾਈ ਬੈਠੇ ਹਾਂ। ਇਹ ਨਹੀਂ ਕਿ ਅਸੀਂ ਇਹ ਤੋਂ ਬਾਹਰ ਹਾਂ ਤੇ ਲੋਕਾਂ ਦੀ ਪ੍ਰੀਤ ਝੂਠੀ ਹੈ। ਸਾਡੀ ਵੀ ਪ੍ਰੀਤ ਜੇ ਅਸੀਂ ਕਿਸੇ ਨਾਲ ਕਰਦੇ ਹਾਂ ਨਾ, ਮਹਾਰਾਜ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਸੋ ਮਹਾਰਾਜ ਕਹਿੰਦੇ ਨੇ ਦੁਨੀਆ ਦੇ ਅੰਦਰ ਮੈਂ ਦੇਖੇ ਨੇ, ਬੜੇ ਮਿੱਤਰ ਬਣਾ ਕੇ ਦੇਖ ਲਏ, ਮਿੱਤਰ ਘਨੇਰੇ ਕਰ ਥਕੀ, ਮੇਰਾ ਦੁੱਖ ਨਾ ਕਾਟੇ ਕੋਈ। ਬਥੇਰੇ ਮਿੱਤਰ ਬਣਾਏ ਪਰ ਮੇਰਾ ਜਿਹੜਾ ਦੁੱਖ ਹੈ ਨਾ ਉਹਨੂੰ ਕੋਈ ਕੱਟ ਨਹੀਂ ਸਕਿਆ। ਤੇ ਹੁਣ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਮੈਂ ਇੱਕ ਪਰਮਾਤਮਾ ਨੂੰ ਆਪਣਾ ਮਿੱਤਰ ਬਣਾ ਲਿਆ ਹੈ, ਉਸ ਪਰਮਾਤਮਾ ਨੂੰ ਆਪਣਾ ਸੱਜਣ ਬਣਾ ਲਿਆ ਹੈ।
क्योंकि गुरु ने उपदेश किया, गुरु ने समझाया कि केवल एक परमात्मा ही ऐसा मित्र है जो सानू सदा सुख दे सकता है। नहीं तो दुनियावी संसारक मित्र जिहड़े ने वो साडे दुखां दा कारण बन जाते हैं। सतगुरु जी बख्शिश करते हैं, तुमरी शरण तुम्हारी आसा तुम ही सजन सुहेले। सुहेले का अर्थ है जिहड़ा सुख देने वाला है। हे मालक वाहिगुरू, मैं तुहाडी शरण दे विच हाँ, तुहाडे उत्ते ही मेरी आस है, क्योंकि तुसी ही ऐसे मेरे सज्जन हो, मित्र हो, जो केवल ते केवल सुख ही देंदे हो, कदे दुख नहीं देंदे। परमात्मा कदे किसी नूं दुख नहीं देंदा। जे साडे जीवन दे विच दुख आ रहे ने ना, परमात्मा ने नहीं दिते, किसी होर ने भी नहीं दिते। साडे जीवन दे दुख जिहड़े हन, कष्ट जिहड़े ने, परेशानियां जिहड़ियां ने, ये साडे अपने ही कीते होए कर्मां दा फल है। सो सतगुरु जी समझाउंदे ने कि भाई एक परमेश्वर नूं मैं अपना मित्र बनाया है, जो सर्ब कला समर्थ है, जिहदे अंदर सारी कला है, जिहदे अंदर सारे गुण ने, जिहदे अंदर सारियां वडियाइयां हन। मैं उस अकाल पुरख वाहिगुरू परमेश्वर नूं अपना सज्जन बनाया है। जियो हमारा खन्नी है, हर मन तन संदड़ी वथ। ते उस सज्जन तो, उस प्यारे तो, उस अकाल पुरख वाहिगुरू तो महाराज कहंदे ने कि मेरी जिंद कुर्बान जाती है, मेरी जिंद खन्नी है। खन्नीਆਂ ਦਾ अर्थ है किसी के उत्तों अपने आप ਨੂੰ वार सुटना। खन्नीਆਂ ਦਾ अर्थ वैसे टुकड़े टुकड़े करना, पर भाव अर्थ ਜਿਹੜਾ ਉਹਦਾ यही है कि अपने आप ਨੂੰ कुर्बान कर देना किसी तो। खन्नीਆਂ वंझਾਂ ਆਪਾਂ गुरबाणी ਦੇ ਵਿੱਚ शब्द पढ़ते हैं भी मैं कुर्बान हो जावां तुहाडे तो, मैं बलिहार हो जावां। सो महाराज कहंदे ने कि मेरी जिहड़ी जिंद है उस परमात्मा तो कुर्बान है, उस परमेश्वर तो मैं वारने बलिहारने जाना, जिन्हों मैं अपना सज्जन बनाया है और जो सर्व कला समर्थ है। और सब तो जो वड्डी उस परमात्मा की वडियाई है। महाराज कहंदे ने साडे मन अते तन नूं परमेश्वर का नाम ही काम आउण वाली वस्तु है। जे परमात्मा का नाम जपांगे साडे तन दे भी काम आएगा, साडे मन दे विच भी टिकाव बनेगा, मन दे विच भी ठहराव आएगा। हर मन तन संदड़ी वथ, वथ का अर्थ है वस्तु। तो परमात्मा किन्नी कीमती वस्तु है, ये आपां गुरबाणी दे विच पढ़दे हां। जिथे जिथे भी आपां गुरबाणी दे भाव अर्थ नूं समझांगे, सानू ये गल सतगुरु जी जरूर दसदे ने, समझाउंदे ने कि जिथे परमात्मा ने काम आउणा है, जिथे परमात्मा दे नाम ने काम आउणा, उत्थे कोई होर काम नहीं आ सकदा। जह मात पिता सुत मीत ना भाई, मन ऊहा नाम तेरै संग सहाई। महाराज कहंदे ने जिथे माता पिता सुत भाव पुत्र मित्र किसी ने काम नहीं ना आउणा, महाराज कहंदे ने उत्थे तेरी सहायता परमेश्वर के नाम ने करनी है। तो परमात्मा जिहड़ा है वो साडी मन करके भी और तन करके भी सहायता करता है। सानू मन करके भी और तन करके भी टिकाव बख्शदा है। सानू मन करके और तन करके खुशियां दिंदा है, सुख दिंदा है। नहीं तो कई बारी ऐसा हुंदा है कि तन नूं ते सुख मिलते हैं पर मन फिर भी सुखी नहीं हुंदा। मन दे विच फिर भी कोई ना कोई परेशानी, कोई ना कोई चिंता रहिंदी है। हुण सानू परमात्मा ने सारे सुख बख्शिश कीते ने, रहण वास्ते सुंदर घर दिता है, आराम करन वास्ते सोहना बिस्तरा है, पहनण वास्ते चंगे बस्तर ने, खाण वास्ते चंगा भोजन है, सवारी करन वास्ते चंगी गड्डी दिती है, ते समाज दे विच सोसाइटी दे विच साडी इज्जत भी बनाई है उस परमात्मा ने। असीं नहीं बनाई, साडे यतनां नाल थोड़ी होई है। जे इज्जत परमात्मा कराउंदा है ना ते आप कराउंदा है। किसी की इज्जत कराउणी है ना परमेश्वर ने कराउणी है। साडे कीते होए यतनां दे नाल थोड़ी इज्जत बनदी है समाज दे विच, या
ਸ਼ਹਿਰ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਿਹਦੇ ਉੱਤੇ ਮਾਲਕ ਵਾਹਿਗੁਰੂ ਕਿਰਪਾ ਕਰਦਾ ਹੈ, ਉਹਦੀ ਹੀ ਸ਼ੋਭਾ ਹੁੰਦੀ ਹੈ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ, ਵੇਖੋ ਸਤਿਯੁਗ ਤੋਂ ਲੈ ਕੇ ਹੁਣ ਤੱਕ ਲੋਕ ਉਹਨਾਂ ਦੀ ਸ਼ੋਭਾ ਕਰ ਰਹੇ ਨੇ, ਉਹਨਾਂ ਦੀ ਵਡਿਆਈ ਹੋ ਰਹੀ ਹੈ। ਸੋ ਜਿਸ ਪਰਮਾਤਮਾ ਨੇ ਇਹ ਸਾਰਾ ਕੁਝ ਬਖਸ਼ਿਸ਼ ਕੀਤਾ ਹੈ, ਮਹਾਰਾਜ ਕਹਿੰਦੇ ਨੇ ਮਨ ਕਰਕੇ ਤਨ ਕਰਕੇ ਵੀ ਉਹ ਖੁਸ਼ੀਆਂ ਦਿੰਦਾ ਹੈ, ਵਡਿਆਈਆਂ ਦਿੰਦਾ ਹੈ। ਮਹੱਲਾ ਪੰਜਵਾਂ। ਜੇਕਰ ਗਹਿ ਪਿਆਰੜੇ ਤੁਧ ਨਾ ਛੋਡਾਂ ਮੂਲ। ਦੂਜੇ ਸ਼ਲੋਕ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜੇ ਉਹ ਪਿਆਰਾ, ਜੇ ਉਹ ਮਾਲਕ ਵਾਹਿਗੁਰੂ ਸਾਡੀ ਬਾਂਹ ਫੜ ਲਵੇ, ਸਾਨੂੰ ਆਪਣਾ ਬਣਾ ਲਵੇ, ਤੇ ਹੇ ਪਿਆਰੇ ਵਾਹਿਗੁਰੂ ਜੀ, ਮੈਂ ਕਦੇ ਵੀ ਤੁਹਾਨੂੰ ਛੱਡ ਕੇ ਕਿਸੇ ਹੋਰ ਪਾਸੇ ਨਾ ਵੇਖਾਂ। ਮੈਂ ਇਸੇ ਕਰਕੇ ਹੋਰ ਪਾਸੇ ਦੇਖਦਾ ਹਾਂ ਕਿਉਂਕਿ ਤੁਸੀਂ ਮੇਰੀ ਅਜੇ ਬਾਂਹ ਨਹੀਂ ਫੜੀ। ਤੁਸੀਂ ਕਿਰਪਾ ਕਰੋ ਹੇ ਪਿਆਰੇ ਵਾਹਿਗੁਰੂ ਜੀ, ਹੇ ਪਿਆਰੇ ਅਕਾਲ ਪੁਰਖ ਜੀ, ਤੁਸੀਂ ਜੇਕਰ ਮੇਰੀ ਬਾਂਹ ਫੜ ਲੋਗੇ ਤੇ ਮੈਨੂੰ ਕਿਸੇ ਹੋਰ ਪਾਸੇ ਦੇਖਣਾ ਵੀ ਨਹੀਂ ਪਏਗਾ। ਔਰ ਵਾਕਈ ਨਹੀਂ ਦੇਖਣਾ ਪੈਂਦਾ। ਜਦੋਂ ਪਰਮਾਤਮਾ ਕਿਸੇ ਦੀ ਬਾਂਹ ਫੜ ਲੈਂਦਾ ਹੈ ਨਾ, ਤੇ ਫਿਰ ਉਹਨੂੰ ਸਾਰੇ ਸੁੱਖ ਆਪਣੇ ਆਪ ਪ੍ਰਾਪਤ ਹੋ ਜਾਂਦੇ ਨੇ, ਸਾਰੀ ਸ਼ੋਭਾ ਆਪਣੇ ਆਪ ਮਿਲ ਜਾਂਦੀ ਹੈ। ਉਸ ਪਰਮਾਤਮਾ ਦੇ ਵਿੱਚ ਜੀਵ ਆਤਮਾ ਲੀਨ ਹੋ ਜਾਂਦੀ ਹੈ। ਇਸ ਕਰਕੇ ਉਹਦਾ ਆਵਾਗਮਨ ਵੀ ਕੱਟਿਆ ਜਾਂਦਾ ਹੈ। ਭਾਵ ਕਿ ਇੱਕ ਪਰਮਾਤਮਾ ਪਰਮੇਸ਼ਰ ਜਿਹਦਾ ਬਣ ਜਾਏਗਾ, ਸਾਰੇ ਹੀ ਉਹਦੇ ਬਣ ਜਾਂਦੇ ਹਨ। ਸੋ ਸਤਿਗੁਰੂ ਜੀ ਉਪਦੇਸ਼ ਕਰਦੇ ਹਨ, ਬਖਸ਼ਿਸ਼ ਕਰਦੇ ਨੇ ਕਿ ਹੇ ਪਿਆਰੇ ਵਾਹਿਗੁਰੂ ਜੀ, ਜੇਕਰ ਤੁਸੀਂ ਮੇਰੀ ਬਾਂਹ ਫੜ ਲਵੋ, ਤੁਸੀਂ ਮੇਰਾ ਹੱਥ ਫੜ ਲਵੋ, ਤੇ ਮੈਂ ਤੁਹਾਨੂੰ ਕਦੇ ਵੀ ਛੱਡ ਕੇ ਨਾ ਜਾਵਾਂ ਕਿਸੇ ਹੋਰ ਪਾਸੇ, ਮੈਂ ਨਾ ਦੇਖਾਂ। ਹਰ ਛੋੜਨ ਸੇ ਦੁਰਜਨਾ ਪੜਹਿ ਦੋਜਕ ਕੈ ਸੂਲ। ਮਹਾਰਾਜ ਕਹਿੰਦੇ ਨੇ ਜਿਹੜੇ ਪਰਮਾਤਮਾ ਨੂੰ ਛੱਡ ਦਿੰਦੇ ਨੇ ਨਾ, ਉਹ ਦੁਰਜਨਾ, ਭੈੜੇ ਆਦਮੀ, ਖੋਟੇ ਬੰਦੇ ਨੇ। ਜਿਹੜੇ ਪਰਮਾਤਮਾ ਨੂੰ ਛੱਡ ਦੇਣ, ਮੈਂ ਕਹਿੰਦਾ ਉਹਨਾਂ ਤੋਂ ਵੱਡਾ ਬਦਕਿਸਮਤ ਕੌਣ ਹੋਏਗਾ ਇਸ ਸੰਸਾਰ ਦੇ ਵਿੱਚ ਕਿ ਪਰਮਾਤਮਾ ਨੇ ਬਾਂਹ ਫੜੀ ਹੋਵੇ ਤੇ ਉਹ ਛੁਡਾ ਕੇ ਚਲੇ ਜਾਣ। ਪਰਮੇਸ਼ਰ ਨੇ ਕਿਰਪਾ ਕੀਤੀ ਹੋਵੇ ਤੇ ਉਸ ਕਿਰਪਾ ਨੂੰ ਠੁਕਰਾ ਦੇਣ। ਉਹਨਾਂ ਤੋਂ ਵੱਡਾ ਜਿਹੜਾ ਹੈ ਬਦਕਿਸਮਤ ਕੋਈ ਵੀ ਨਹੀਂ ਇਸ ਸੰਸਾਰ ਦੇ ਵਿੱਚ, ਜਿਹੜਾ ਪਰਮੇਸ਼ਰ ਨੂੰ ਛੱਡ ਦਿੰਦਾ ਹੈ ਤੇ ਦੁਨੀਆ ਦੇ ਲੋਭ ਲਾਲਚ ਦੇ ਵਿੱਚ ਪੈ ਜਾਂਦਾ ਹੈ। ਸਤਿਗੁਰੂ ਜੀ ਉਪਦੇਸ਼ ਕਰਦੇ ਨੇ ਕਿ ਐਸੇ ਜਿਹੜੇ ਦੁਰਜਨ ਨੇ, ਐਸੇ ਜਿਹੜੇ ਭੈੜੇ ਆਦਮੀ ਹਨ, ਮਹਾਰਾਜ ਕਹਿੰਦੇ ਨੇ ਦੋਜ਼ਖ ਭਾਵ ਕਿ ਨਰਕਾਂ ਦੇ ਵਿੱਚ ਪੈਂਦੇ ਨੇ ਅਤੇ ਦੁੱਖ ਸਹਾਰਦੇ ਨੇ। ਨਰਕਾਂ ਦੇ ਦੁੱਖ ਉਹਨਾਂ ਨੂੰ ਸਹਿਣੇ ਪੈਂਦੇ ਹਨ ਜੋ ਇੱਕ ਪਰਮੇਸ਼ਰ ਵਾਹਿਗੁਰੂ ਨੂੰ ਛੱਡ ਦਿੰਦੇ ਹਨ ਅਤੇ ਹੋਰ ਚੀਜ਼ਾਂ ਦੇ ਨਾਲ ਮੋਹ ਪਾ ਬੈਠਦੇ ਹਨ। ਪੌੜੀ। ਸਭ ਨਿਧਾਨ ਘਰ ਜਿਸ ਦੈ ਹਰ ਕਰੇ ਸੋ ਹੋਵੈ। ਜਿਸ ਪਰਮਾਤਮਾ ਦੇ ਘਰ ਦੇ ਵਿੱਚ ਸਾਰੇ ਖਜ਼ਾਨੇ ਨੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ। ਹੇ ਪ੍ਰਭੂ, ਹੇ ਮੇਰੇ ਸੱਚੇ ਮਾਲਕ, ਕਿਹੜੀ ਐਸੀ ਵਸਤੂ ਹੈ ਜੋ ਤੁਹਾਡੇ ਘਰ ਦੇ ਵਿੱਚ ਨਾ ਹੋਵੇ। ਹੁਣ ਆਪਾਂ ਆਏ ਆ ਨਾ ਗੁਰੂ ਘਰ ਦੇ ਅੰਦਰ, ਇੱਥੇ ਖਲੋ ਕੇ ਜੋ ਵੀ ਮੰਗ ਲਵਾਂਗੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਉਹ ਸਾਡੀ ਝੋਲੀ ਦੇ ਵਿੱਚ ਪਾ ਦਿੰਦੇ ਹਨ। ਸ਼ਰਤ ਇਹ ਹੈ ਕਿ ਅਸੀਂ ਸ਼ਰਧਾ ਦੇ ਨਾਲ ਆਈਏ, ਅਸੀਂ ਪ੍ਰੇਮ ਦੇ ਨਾਲ ਆਈਏ ਗੁਰੂ ਦੇ ਦਰ ਤੇ। ਹੰਕਾਰ ਲੈ ਕੇ ਜਾਂ ਮਨ ਦੇ ਵਿੱਚ ਖੋਟ ਰੱਖ ਕੇ ਜਾਂ ਮਨ ਦੇ ਵਿੱਚ ਕੋਈ ਛਲ ਕਪਟ ਰੱਖ ਕੇ ਨਾ ਆਈਏ। ਜੇ ਉਸ ਤਰ੍ਹਾਂ ਆਵਾਂਗੇ ਨਾ, ਛਲ ਕਪਟ ਲੈ ਕੇ, ਮਨ ਦੇ ਵਿੱਚ ਕੋਈ ਵਿਕਾਰ ਰੱਖ ਕੇ ਜਾਂ ਮਨ ਦੇ ਵਿੱਚ ਹੰਕਾਰ ਰੱਖ ਕੇ, ਤੇ ਫਿਰ ਕੋਈ ਪ੍ਰਾਪਤੀ ਨਹੀਂ ਹੋਣੀ। ਗੁਰੂ ਦੇ ਘਰ ਦੇ ਵਿੱਚ ਸਾਰਾ ਕੁਝ ਹੈ, ਦੁਨੀਆ ਦੀਆਂ ਸਾਰੀਆਂ ਦਾਤਾਂ ਨੇ, ਚਾਰ ਪਦਾਰਥ ਵੀ ਇੱਥੋਂ ਮਿਲ ਜਾਣਗੇ। ਮਹਾਰਾਜ ਕਹਿੰਦੇ ਨੇ ਕਾਮ ਧੇਨ, ਜਿਹਨੂੰ ਕਦੇ ਸ਼ਾਇਦ ਕਿਸੇ ਨੇ ਦੇਖਿਆ ਹੋਵੇ ਕਿ ਨਾ ਦੇਖਿਆ ਹੋਵੇ, ਮਹਾਰਾਜ ਕਹਿੰਦੇ ਨੇ ਮੈਂ ਗੁਰੂ ਦੇ ਅੰਦਰ ਉਹ ਵੀ ਦੇਖਦਾ ਹਾਂ, ਕਿਉਂਕਿ ਕਾਮ ਧੇਨ ਉਹ ਵੀ ਪਰਮੇਸ਼ਰ ਦੇ ਅਧੀਨ ਹੈ, ਗੁਰੂ ਦੇ ਅਧੀਨ ਹੈ। ਜਿਹੜੀਆਂ ਦਾਤਾਂ ਆਪਾਂ ਕਾਮ ਧੇਨ ਤੋਂ ਮੰਗਦੇ ਹਾਂ, ਤੇ ਜੇ ਸਾਡੇ ਕੋਲ ਸਰਬ ਕਲਾ ਸਮਰੱਥ ਸਤਿਗੁਰੂ ਜੀ ਹਨ, ਤੇ ਸਾਨੂੰ ਉਹਨੂੰ ਲੱਭਣ ਦੀ, ਕਿਉਂਕਿ ਪਹਿਲਾਂ ਤੇ ਲੱਭਣ ਜਾਣਾ ਪਏਗਾ ਵੀ ਕਾਮ ਧੇਨ ਗਊ ਕਿੱਥੇ ਮਿਲੇਗੀ। ਲੋਕ ਕਹਿੰਦੇ ਨੇ ਸਵਰਗਾਂ ਦੇ ਵਿੱਚ ਹੈ, ਤੇ ਹੁਣ ਉੱਥੇ ਕੌਣ ਪਹੁੰਚੇਗਾ?
ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਆਓ ਤੁਹਾਨੂੰ ਮੈਂ ਸੌਖਾ ਤਰੀਕਾ ਦੱਸਾਂ, ਤੁਸੀਂ ਕਿਉਂ ਨਾ ਉਸ ਪਰਮਾਤਮਾ ਦੇ ਨਾਲ ਲੜ ਲੱਗ ਜਾਓ, ਕਿਉਂ ਨਾ ਉਸ ਪਰਮੇਸ਼ਰ ਨਾਲ ਜੁੜ ਜਾਓ ਜਿਹਦੇ ਅਧੀਨ ਕਾਮ ਧੇਨ ਗਊ ਹੈ, ਜਿਹਦੇ ਵਸ ਦੇ ਵਿੱਚ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਮਹਾਰਾਜ ਕਹਿੰਦੇ ਨੇ, ਹੇ ਮੇਰੀ ਜਿੰਦੇ, ਹੇ ਮੇਰੇ ਮਨਾ, ਜੇ ਤੂੰ ਉਸ ਪਰਮਾਤਮਾ ਦਾ ਨਾਮ ਜਪੇਂਗਾ ਜਿਹਦੇ ਅਧੀਨ, ਜਿਹਦੇ ਵਸ ਦੇ ਵਿੱਚ ਕਾਮ ਧੇਨ ਗਊ ਵੀ ਹੈ ਤੇ ਹੋਰ ਵੀ ਸੰਸਾਰ ਦੇ ਸਾਰੇ ਪਦਾਰਥ ਨੇ, ਮਹਾਰਾਜ ਕਹਿੰਦੇ ਨੇ ਕਿ ਫਿਰ ਤੈਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ। ਸੋ ਇਸ ਘਰ ਦੇ ਵਿੱਚ ਆਪਾਂ ਆਏ ਹਾਂ, ਗੁਰੂ ਘਰ ਦੇ ਵਿੱਚ। ਗੁਰਦੁਆਰਾ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਖਸ਼ਾਤ ਉਸ ਪਰਮਾਤਮਾ ਦਾ ਰੂਪ ਹਨ। ਜੇ ਆਪਾਂ ਦਰਸ਼ਨ ਕਰਨਾ ਚਾਹੀਏ ਤੇ ਪਰਮੇਸ਼ਰ ਦੇ ਦਰਸ਼ਨ ਹੋ ਸਕਦੇ ਨੇ। ਜੇ ਆਪਾਂ ਦਰਸ਼ਨ ਕਰਨਾ ਚਾਹੀਏ, 10 ਪਾਤਸ਼ਾਹੀਆਂ ਦੇ ਦਰਸ਼ਨ ਹੋ ਸਕਦੇ ਨੇ। ਜੇ ਆਪਾਂ ਦਰਸ਼ਨ ਕਰਨਾ ਚਾਹੀਏ, ਭਗਤਾਂ ਦੇ ਦਰਸ਼ਨ ਇਹਦੇ ਵਿੱਚ ਹੋ ਸਕਦੇ ਹਨ। ਪਰ ਉਹਦੇ ਵਾਸਤੇ ਪ੍ਰੇਮ, ਸ਼ਰਧਾ ਤੇ ਵਿਸ਼ਵਾਸ ਜ਼ਰੂਰੀ ਹੈ। ਸ਼ਰਧਾ, ਪ੍ਰੇਮ ਤੇ ਵਿਸ਼ਵਾਸ ਤੋਂ ਬਿਨਾਂ ਕੋਈ ਦਾਤ ਨਹੀਂ ਮਿਲ ਸਕਦੀ। ਸਾਰੀਆਂ ਦਾਤਾਂ ਨੇ ਗੁਰੂ ਦੇ ਘਰ ਦੇ ਵਿੱਚ, ਕਿਉਂਕਿ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਕਿਆ ਨਹੀਂ ਘਰ ਤੇਰਾ ਹੈ, ਵਾਹਿਗੁਰੂ ਤੇਰੇ ਘਰ ਦੇ ਵਿੱਚ ਕੀ ਨਹੀਂ ਹੈ, ਭਾਵ ਸਾਰਾ ਕੁਝ ਹੈ। ਹੇ ਮੇਰੇ ਸੱਚੇ ਮਾਲਕ, ਤੇਰੇ ਘਰ ਦੇ ਵਿੱਚ ਸਾਰਾ ਕੁਝ ਹੈ, ਪਰ ਜਿਸ ਨੂੰ ਤੁਸੀਂ ਬਖਸ਼ਿਸ਼ ਕਰਦੇ ਹੋ ਪ੍ਰਾਪਤ ਉਹਨੂੰ ਹੀ ਹੁੰਦਾ ਹੈ, ਦੂਸਰਾ ਨਹੀਂ ਕੋਈ ਲੈ ਸਕਦਾ। ਸੋ ਪਰਮੇਸ਼ਰ ਵਾਹਿਗੁਰੂ ਜੋ ਕਿ ਸਰਬ ਕਲਾ ਸਮਰੱਥ ਹੈ, ਮਹਾਰਾਜ ਕਹਿੰਦੇ ਨੇ ਜਿਹਨੂੰ ਦਿੰਦਾ ਹੈ ਉਹਨੂੰ ਹੀ ਪ੍ਰਾਪਤ ਹੁੰਦਾ ਹੈ। ਸਭ ਨਿਧਾਨ ਘਰ ਜਿਸ ਦਾ, ਜਿਸ ਪਰਮਾਤਮਾ ਦੇ, ਜਿਸ ਹਰੀ ਦੇ ਘਰ ਦੇ ਵਿੱਚ ਸਾਰੇ ਖਜ਼ਾਨੇ ਹਨ, ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਜੋ ਕਰਦਾ ਹੈ ਨਾ, ਹੁੰਦਾ ਵੀ ਉਹੀ ਹੈ। ਭਾਵ ਕਿ ਸਾਰੇ ਖਜ਼ਾਨਿਆਂ ਦਾ ਮਾਲਕ ਵੀ ਉਹੀ ਹੈ ਤੇ ਹੁਕਮ ਵੀ ਉਹਦਾ ਹੀ ਚੱਲਦਾ ਹੈ। ਜਿਵੇਂ ਸੰਸਾਰ ਦੇ ਵਿੱਚ ਰਾਜੇ ਮਹਾਰਾਜੇ ਨੇ ਨਾ, ਖਜ਼ਾਨੇ ਨੇ ਉਹਨਾਂ ਦੇ ਕੋਲ ਤੇ ਹੁਕਮ ਵੀ ਚੱਲਦਾ ਹੈ। ਪਰ ਬਹੁਤ ਛੋਟੇ ਖਿੱਤੇ ਦੇ ਵਿੱਚ ਹਰੇਕ ਦੇਸ਼ ਦਾ ਆਪਣਾ ਆਪਣਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਹੈ, ਹਰੇਕ ਦੇਸ਼ ਦਾ ਆਪਣਾ ਆਪਣਾ ਹੁਕਮਰਾਨ ਹੈ ਤੇ ਉੱਥੇ ਉਹਦਾ ਹੁਕਮ ਵੀ ਚੱਲਦਾ ਹੈ, ਉਹਦੇ ਕੋਲ ਖਜ਼ਾਨੇ ਵੀ ਨੇ। ਪਰ ਸਾਰੀ ਸ੍ਰਿਸ਼ਟੀ, ਸਾਰੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਜਿਹਦਾ ਹੁਕਮ ਚੱਲਦਾ ਹੈ ਔਰ ਜਿਹਦੇ ਖਜ਼ਾਨੇ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਪਏ ਹਨ, ਉਹ ਅਕਾਲ ਪੁਰਖ ਵਾਹਿਗੁਰੂ ਹੈ, ਉਹ ਪਰਮੇਸ਼ਰ ਹੈ। ਉਹ ਰਾਜਿਆਂ ਦਾ ਵੀ ਰਾਜਾ ਹੈ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਦੇਵਤਿਆਂ ਦਾ ਦੇਵਤਾ, ਦੇਵਾਨ ਦੇਵ ਭਾਵ ਉਹ ਦੇਵਤਿਆਂ ਦਾ ਵੀ ਦੇਵਤਾ ਹੈ। ਭਾਨਾਨ ਭਾਨ, ਭਾਨ ਕਹਿੰਦੇ ਨੇ ਸੂਰਜ ਨੂੰ, ਉਹ ਸੂਰਜਾਂ ਦਾ ਵੀ ਸੂਰਜ ਹੈ। ਭਾਵ ਕਿ ਉਹਦੇ ਅੰਦਰ ਇੰਨਾ ਤੇਜ਼ ਹੈ ਕਿ ਕਰੋੜਾਂ ਸੂਰਜ ਦਾ ਤੇਜ਼ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਕਰੋੜਾਂ ਸੂਰਜਾਂ ਦੀ ਰੋਸ਼ਨੀ ਵੀ ਉਹਦੇ ਅੱਗੇ ਮੱਧਮ ਹੈ, ਉਹਦੇ ਅੱਗੇ ਫਿੱਕੀ ਹੈ, ਜਿੰਨਾ ਪਰਮਾਤਮਾ ਦੇ ਅੰਦਰ ਤੇਜ਼ ਹੈ। ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਸਾਰੇ ਹੀ ਖਜ਼ਾਨੇ ਜਿਸ ਪਰਮਾਤਮਾ ਦੇ ਘਰ ਦੇ ਵਿੱਚ ਹਨ, ਜਿਹਦੇ ਕੋਲ ਨੇ, ਉਹ ਹੀ ਪਰਮੇਸ਼ਰ ਆਪਣਾ ਹੁਕਮ ਸੰਸਾਰ ਦੇ ਉੱਤੇ ਚਲਾ ਰਿਹਾ ਹੈ। ਜੋ ਉਹ ਕਰਦਾ ਹੈ ਉਹੀ ਹੁੰਦਾ ਹੈ। ਜਪ ਜਪ ਜੀਵਹਿ ਸੰਤ ਜਨ, ਪਾਪਾ ਮਲ ਧੋਵੈ। ਮਹਾਰਾਜ ਕਹਿੰਦੇ ਨੇ ਉਸ ਪਰਮੇਸ਼ਰ ਦੇ ਨਾਮ ਨੂੰ ਜਪ ਜਪ ਕੇ ਜਿਹੜੇ ਪਰਮਾਤਮਾ ਦੇ ਪਿਆਰੇ ਹਨ, ਉਹਨਾਂ ਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ। ਔਰ ਜੋ ਪਾਪਾਂ ਦੀ ਮੈਲ ਹੈ, ਜਿਹੜਾ ਵੀ ਪਰਮਾਤਮਾ ਦਾ ਨਾਮ ਜਪਦਾ ਹੈ ਨਾ ਜੀਵ, ਉਹਦੇ ਪਾਪਾਂ ਦੀ ਮੈਲ ਕੱਟੀ ਜਾਂਦੀ ਹੈ। ਅਸੀਂ ਇਸੇ ਕਰਕੇ ਤੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਹੈ, ਇਸੇ ਕਰਕੇ ਤੇ ਆਪਾਂ ਗੁਰੂ ਘਰ ਦੇ ਵਿੱਚ ਆਉਣਾ ਹੈ, ਇਸੇ ਕਰਕੇ ਤੇ ਪਰਮਾਤਮਾ ਦੇ ਗੁਣ ਗਾਉਣੇ ਨੇ, ਉਹਦੀ ਸਿਫਤ ਕਰਨੀ ਹੈ ਕਿ ਐਸਾ ਕਰਨ ਦੇ ਨਾਲ ਸਾਡੇ ਅੰਦਰ ਦੀ ਜੋ ਪਾਪਾਂ ਦੀ ਮੈਲ ਹੈ ਉਹ ਉਤਰ ਜਾਵੇ, ਮਨ ਹਿਰਦਾ ਸ਼ੁੱਧ ਹੋ ਜਾਵੇ ਤੇ ਸ਼ੁੱਧ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਟਿਕ ਜਾਏ, ਜਿਸ ਕਰਕੇ ਅਸੀਂ ਉਸ ਪਰਮਾਤਮਾ ਦੀ ਪ੍ਰਾਪਤੀ ਕਰ ਸਕੀਏ, ਉਸ ਪਰਮੇਸ਼ਰ ਨੂੰ ਮਿਲ ਸਕੀਏ, ਉਹਦੇ ਦਰਸ਼ਨ, ਉਹਦੇ ਦੀਦਾਰ ਹੋ ਸਕਣ। ਇਸੇ ਕਰਕੇ ਆਪਾਂ ਨਾਮ ਜਪਦੇ ਹਾਂ, ਇਸੇ ਕਰਕੇ ਸਿਮਰਨ ਕਰਦੇ ਹਾਂ, ਇਸੇ ਕਰਕੇ ਸਤਸੰਗਤ ਕਰਦੇ ਹਾਂ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਪਰਮੇਸ਼ਰ ਦੇ ਪਿਆਰੇ ਸੰਤ ਜਨ ਪਰਮਾਤਮਾ ਦੇ ਨਾਮ ਨੂੰ ਜਪ ਕੇ ਆਤਮਿਕ ਜੀਵਨ ਪ੍ਰਾਪਤ ਕਰਦੇ ਹਨ। ਔਰ ਪਰਮੇਸ਼ਰ ਜੋ ਜੀਵ ਨੇ, ਉਹਨਾਂ ਦੇ ਪਾਪਾਂ ਦੀ ਜਿਹੜੀ ਮੈਲ ਹੈ ਉਹਨੂੰ ਕੱਢ ਦਿੰਦਾ ਹੈ। ਨਾਮ ਜਿਹੜਾ ਹੈ ਉਹ ਮੈਲ ਧੋ ਦਿੰਦਾ ਹੈ। ਚਰਨ ਕਮਲ ਹਿਰਦੈ ਵਸਹਿ, ਸੰਕਟ ਸਭ ਖੋਵੈ।
ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਚਰਨ ਕਮਲ ਵਸ ਜਾਂਦੇ ਨੇ, ਭਾਵ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਟਿਕ ਜਾਂਦਾ ਹੈ, ਉਹਨਾਂ ਦੇ ਸਾਰੇ ਜਿਹੜੇ ਸੰਕਟ ਨੇ ਨਾ, ਔਖੀਆਂ ਘੜੀਆਂ ਨੇ, ਔਖਾ ਸਮਾਂ ਹੈ, ਉਹ ਪਰਮਾਤਮਾ ਕੱਟ ਦਿੰਦਾ ਹੈ। ਪਰਮੇਸ਼ਰ ਉਹਨਾਂ ਨੂੰ ਦੂਰ ਕਰ ਦਿੰਦਾ ਹੈ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਜੇ ਆਪਾਂ ਕਿਸੇ ਨੂੰ ਕਹਿ ਦਈਏ ਕਿ ਪਰਮਾਤਮਾ ਤੇਰੀ ਹਰ ਸਾਹ ਦੇ ਨਾਲ ਪ੍ਰਤਪਾਲਨਾ ਕਰੇਗਾ, ਤੇ ਉਹਨੂੰ ਯਕੀਨ ਜਿਹਾ ਨਹੀਂ ਆਉਂਦਾ, ਪਰ ਕਰਦਾ ਹੈ। ਉਹ ਕਰ ਰਿਹਾ, ਹੁਣ ਵੀ ਕਰ ਰਿਹਾ। ਭਾਵੇਂ ਉਹਦਾ ਆਪਾਂ ਨਾਮ ਜਪੀਏ ਭਾਵੇਂ ਨਾ ਜਪੀਏ, ਪ੍ਰਤਪਾਲਨਾ ਸਾਰਿਆਂ ਦੀ ਕਰ ਰਿਹਾ ਹੈ। ਰਿਜ਼ਕ ਸਾਰਿਆਂ ਨੂੰ ਦਿੰਦਾ ਹੈ। ਉਹਨਾਂ ਨੂੰ ਵੀ ਦਿੰਦਾ ਜਿਹੜੇ ਕਹਿੰਦੇ ਨੇ ਕਿ ਪਰਮਾਤਮਾ ਦੀ ਹੋਂਦ ਹੀ ਕੋਈ ਨਹੀਂ, ਪਰਮੇਸ਼ਰ ਹੈ ਹੀ ਨਹੀਂ। ਐਵੇਂ ਬਣਾਈਆਂ ਹੋਈਆਂ ਗੱਲਾਂ ਨੇ, ਕਹਿੰਦੇ ਨੇ ਰੱਬ ਨਹੀਂ ਹੈ। ਐਵੇਂ ਲੋਕਾਂ ਦੀਆਂ ਕਲਪਨਾਵਾਂ ਨੇ, ਉਹ ਕਲਪਨਾ ਨੂੰ ਰੱਬ ਸਮਝੀ ਬੈਠੇ ਨੇ। ਐਸੇ ਵੀ ਨਾਸਤਿਕ ਲੋਕ ਨੇ ਸੰਸਾਰ ਦੇ ਵਿੱਚ, ਪਰ ਕਦੇ ਦੇਖਿਆ ਕਿਸੇ ਨੇ ਕਿ ਕੋਈ ਨਾਸਤਿਕ ਭੁੱਖਾ ਮਰਦਾ ਹੈ, ਉਹਨੂੰ ਰਿਜ਼ਕ ਨਾ ਮਿਲਿਆ ਹੋਵੇ? ਪਰਮਾਤਮਾ ਉਹਨਾਂ ਨੂੰ ਵੀ ਦਿੰਦਾ ਹੈ। ਤੇ ਪਰਮੇਸ਼ਰ ਕਹਿੰਦਾ ਚੰਗਾ ਭਾਈ, ਜਿਹੜੇ ਕੰਮ 'ਚ ਤੁਹਾਨੂੰ ਲਾਇਆ ਨਾ, ਬੜੀ ਵਧੀਆ ਤਰੀਕੇ ਨਾਲ ਕਰ ਰਹੇ ਹੋ। ਤੁਸੀਂ ਮੈਨੂੰ ਹੀ ਭੁੱਲ ਗਏ ਹੋ ਤੇ ਲੋਕਾਂ ਨੂੰ ਕਹਿ ਰਹੇ ਹੋ ਕਿ ਪਰ ਰੱਬ ਹੁੰਦਾ ਹੀ ਨਹੀਂ। ਕਰੀ ਚਲੋ ਇਹ ਕੰਮ, ਬੜੀ ਵਧੀਆ ਗੱਲ ਹੈ। ਜਿਸ ਕੰਮ ਦੇ ਵਿੱਚ ਤੁਹਾਨੂੰ ਲਾਇਆ ਨਾ, ਮੈਂ ਆਪਣੇ ਨਾਲੋਂ ਤੁਹਾਨੂੰ ਤੋੜਿਆ ਹੈ, ਕਿਉਂਕਿ ਤੁਹਾਡੇ ਕਰਮ ਹੀ ਐਸੇ ਹਨ। ਇਸ ਕਰਕੇ ਤੁਸੀਂ ਆਪਣੇ ਕੰਮ ਨੂੰ ਕਰੀ ਚਲੋ। ਹਾਂ, ਰਿਜ਼ਕ ਦੀ ਮਨਾਹੀ ਨਹੀਂ ਤੁਹਾਨੂੰ। ਰਿਜ਼ਕ ਮੈਂ ਤੁਹਾਨੂੰ ਵੀ ਦੇਣਾ ਹੈ। ਰਿਜ਼ਕ ਮੈਂ ਉਹਨੂੰ ਵੀ ਦੇਣਾ ਕਿ ਜਿਹੜੇ 8 ਪਹਿਰ ਮੇਰਾ ਨਾਮ ਜਪਦੇ ਨੇ। ਇਹ ਗੱਲ ਵੱਖਰੀ ਹੈ ਕਿ ਰੱਬ ਦੇ ਪਿਆਰਿਆਂ ਦੇ ਕੋਲ ਸੰਸਾਰਿਕ ਧਨ ਬਹੁਤ ਘੱਟ ਹੁੰਦਾ ਹੈ। ਗੁਜ਼ਾਰੇ ਦੇ ਵਾਸਤੇ ਪਰਮਾਤਮਾ ਦਿੰਦਾ ਹੈ, ਕਿਉਂਕਿ ਉਹ ਆਪ ਵੀ ਐਸੀ ਮੰਗ ਪਰਮਾਤਮਾ ਕੋਲ ਕਰਦੇ ਨੇ ਕਿ ਇਹ ਪਰਮਾਤਮਾ ਭਾਵੇਂ ਮੈਨੂੰ ਸਾਰਾ ਕੁਝ ਦੇ ਦੇ, ਤੁਹਾਡੀ ਮਰਜ਼ੀ ਹੈ, ਤੁਸੀਂ ਦੇ ਦਿਓ, ਪਰ ਕਿਧਰੇ ਐਸਾ ਨਾ ਹੋਵੇ ਕਿ ਉਹਦੇ ਵਿੱਚ ਫਸ ਕੇ ਮੈਂ ਤੁਹਾਡੇ ਨਾਮ ਨੂੰ ਭੁੱਲ ਜਾਵਾਂ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਊ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੇ ਨਾਉ। ਇਹ ਨਾ ਹੋਵੇ, ਮਤਾ ਐਸਾ ਨਾ ਹੋਵੇ ਕਿ ਮੈਂ ਤੁਹਾਨੂੰ ਭੁੱਲ ਜਾਵਾਂ ਤੇ ਤੁਹਾਡਾ ਨਾਮ ਮੇਰੇ ਚਿੱਤ ਦੇ ਵਿੱਚ ਨਾ ਵਸੇ। ਇਹਨਾਂ ਚੀਜ਼ਾਂ ਨੂੰ ਦੇਖ ਕੇ ਮੈਂ ਮੋਹਿਆ ਨਾ ਜਾਵਾਂ। ਮਾਇਆ ਦਾ ਮੋਹ ਹੀ ਐਸਾ ਹੈ। ਤੋ ਜਿਹੜੇ ਰੱਬ ਦੇ ਪਿਆਰੇ ਹਨ, ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ। ਔਰ ਜੋ ਪਰਮਾਤਮਾ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਨੇ, ਉਹਨਾਂ ਦੇ ਸੰਕਟ ਸਭ ਕੱਟੇ ਜਾਂਦੇ ਨੇ। ਔਖਾ ਸਮਾਂ ਉਹਨਾਂ ਨੂੰ ਨਹੀਂ ਦੇਖਣਾ ਪੈਂਦਾ। ਗੁਰਪੂਰਾ ਜਿਸ ਭੇਟੀਐ, ਮਰ ਜਨਮ ਨਾ ਰੋਵੈ। ਮਹਾਰਾਜ ਕਹਿੰਦੇ ਨੇ ਪੂਰਾ ਗੁਰੂ ਜਿਨ੍ਹਾਂ ਨੂੰ ਮਿਲ ਜਾਂਦਾ ਹੈ, ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਜੰਮਣਾ ਤੇ ਮਰਨਾ ਨਹੀਂ ਪੈਂਦਾ, ਤੇ ਨਾ ਹੀ ਉਹਨਾਂ ਨੂੰ ਰੋਣਾ ਪੈਂਦਾ ਹੈ। ਜਿਹੜਾ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਗਿਆ, ਉਹ ਕਾਹਤੋਂ ਰਹੇਗਾ? ਰੋਂਦੇ ਤੇ ਦੁਨੀਆ ਵਾਲੇ ਨੇ, ਸੰਸਾਰ ਵਾਲੇ, ਜਿਨ੍ਹਾਂ ਨੂੰ ਬਾਰ-ਬਾਰ ਜਨਮ ਲੈ ਕੇ ਬਾਰ-ਬਾਰ ਮਰਨਾ ਪੈਂਦਾ ਹੈ। ਦੁੱਖਾਂ ਦੇ ਵਿੱਚ ਪੀਸਿਆ ਜਾਂਦਾ। ਦੁੱਖਾਂ ਦੀ ਚੱਕੀ ਐਸੀ ਹੈ, ਜਦੋਂ ਪੀਸਦੀ ਹੈ ਨਾ ਤੇ ਬੰਦਾ ਫਿਰ ਰੋਂਦਾ ਹੈ। ਹਾਲਾਂਕਿ ਦੁੱਖ ਸਾਡੇ ਆਪਣੇ ਕਰਮਾਂ ਦੇ ਨੇ। ਦੁੱਖ ਸਾਨੂੰ ਕੋਈ ਹੋਰ ਨਹੀਂ ਦਿੰਦਾ। ਜੋ ਅਸੀਂ ਕਰਮ ਕਰਕੇ ਆਏ ਹਾਂ ਨਾ, ਮਾੜੇ ਕਰਮ, ਉਹਨਾਂ ਦਾ ਫਲ ਜਦੋਂ ਸਾਨੂੰ ਭੁਗਤਣਾ ਪੈਂਦਾ, ਫਿਰ ਅਸੀਂ ਰੋਂਦੇ ਹਾਂ। ਫਿਰ ਅਸੀਂ ਕਹਿੰਦੇ ਹਾਂ ਕਿ ਦੁੱਖ ਆ ਗਿਆ, ਫਿਰ ਅਸੀਂ ਕਹਿੰਦੇ ਹਾਂ ਕਿ ਪਰੇਸ਼ਾਨੀਆਂ ਆ ਗਈਆਂ। ਸੋ ਦੁੱਖ ਜਿਹੜੇ ਹਨ, ਸਾਡੇ ਆਪਣੇ ਹੀ ਕੀਤੇ ਹੋਏ ਕਰਮਾਂ ਦਾ ਫਲ ਨੇ। ਉਹ ਕੋਈ ਕਿਸੇ ਨੂੰ ਨਹੀਂ ਦਿੰਦਾ। ਬਹਾਨਾ ਭਾਵੇਂ ਕੋਈ ਬਣ ਜਾਵੇ, ਪਰ ਦੁੱਖ ਜਦੋਂ ਵੀ ਆਇਆ ਨਾ ਇਨਸਾਨ ਦੇ ਉੱਤੇ, ਮਨੁੱਖ ਦੇ ਉੱਤੇ, ਜੀਵ ਦੇ ਉੱਤੇ, ਜੋ 84 ਦਾ ਗੇੜ ਹੈ, ਇਹ ਸਾਡੇ ਆਪਣੇ ਕੀਤੇ ਹੋਏ ਕਰਮਾਂ ਦਾ ਤੇ ਫਲ ਹੈ। ਅਸੀਂ ਹੰਕਾਰ ਕੀਤਾ, ਪਰਮਾਤਮਾ ਤੋਂ ਦੂਰ ਹੋ ਗਏ, ਟੁੱਟ ਗਏ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਹੇ ਪ੍ਰਭੂ, ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਜਿਹੜੇ ਸੰਸਕਾਰ ਸਨ, ਉਹਦੇ ਕਰਕੇ ਤੁਹਾਡੇ ਤੋਂ ਵਿਛੜ ਗਏ ਹਾਂ, ਵਿਛੋੜਾ ਪੈ ਗਿਆ ਹੈ। ਪਰ ਹੁਣ ਅਸੀਂ ਜਿੰਨੇ ਮਰਜ਼ੀ ਚੰਗੇ ਕਰਮ ਕਰ ਲਈਏ, ਤੁਹਾਡੇ ਨਾਲ ਮਿਲਾਪ ਨਹੀਂ ਹੋ ਸਕਦਾ। ਤੁਸੀਂ ਕਿਰਪਾ ਕਰੋਗੇ ਤਾਂ ਹੀ ਮਿਲਾਪ ਹੈ। ਪਰਮੇਸ਼ਰ ਕਿਰਪਾ ਕਰੇ, ਕਰ ਕਿਰਪਾ ਮੇਲੋ ਰਾਮ। ਹੇ ਰਾਮ ਜੀ, ਹੇ ਪ੍ਰਭੂ ਜੀ, ਤੁਹਾਡੀ ਕਿਰਪਾ ਦੇ ਨਾਲ ਹੀ ਹੁਣ ਮੇਲ ਹੋਣਾ ਹੈ। ਹੋਰ ਤੇ ਕੋਈ ਰਸਤਾ ਨਹੀਂ ਨਜ਼ਰ ਆ ਰਿਹਾ, ਹੋਰ ਤੇ ਕੋਈ ਢੰਗ ਨਹੀਂ, ਹੋਰ ਤੇ ਕੋਈ ਵਿਧੀ ਨਹੀਂ ਤੁਹਾਨੂੰ ਮਿਲਣ ਦੀ। ਸੋ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਉਹਨਾਂ ਦਾ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ ਹੈ। ਉਹਨਾਂ ਨੂੰ ਕਦੇ ਦੁੱਖਾਂ ਦੇ ਵਿੱਚੋਂ ਨਹੀਂ ਲੰਘਣਾ ਪੈਂਦਾ। ਇਸ ਕਰਕੇ ਉਹਨਾਂ ਦਾ ਜਿਹੜਾ ਰੋਣਾ ਹੈ ਨਾ, ਉਹ ਖਤਮ ਹੋ ਜਾਂਦਾ ਹੈ।
ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰ ਦੇਵੈ। ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਪੰਜਵੇਂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਮੇਰੇ ਅੰਦਰ ਬਹੁਤ ਜ਼ਿਆਦਾ ਹੈ। ਘਣੀ, ਘਣੀ ਦਾ ਅਰਥ ਹੈ ਬਹੁਤ ਜ਼ਿਆਦਾ। ਮਹਾਰਾਜ ਕਹਿੰਦੇ ਨੇ ਮੇਰੇ ਅੰਦਰ ਉਸ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਘਣੀ ਹੈ, ਬਹੁਤ ਜ਼ਿਆਦਾ ਹੈ। ਜੇ ਪਰਮਾਤਮਾ ਕਿਤੇ ਕਿਰਪਾ ਕਰ ਦੇਵੇ ਨਾ, ਮੈਨੂੰ ਆਪਣਾ ਦਰਸ਼ਨ ਦੇ ਦੇਵੇ ਤਾਂ ਕਿ ਮੇਰੀ ਪਿਆਸ ਜਿਹੜੀ ਹੈ ਉਹ ਮਿਟ ਜਾਏ। ਵਾਹਿਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਗੁਰੂ ਚਰਨਾਂ ਦੇ ਨਾਲ ਆਪਾਂ ਇਸੇ ਤਰ੍ਹਾਂ ਜੁੜੇ ਰਹੀਏ। ਭੁੱਲ ਚੁੱਕ ਦੀ ਖਿਮਾ।